हाँ जी, गुड इवनिंग टू ऑल ऑफ यू। वेलकम डॉक्टर साहब। थैंक यू। हाँ जी, ਵੈਲਕਮ ਆਲ। ਅੱਜ ਆਪਾਂ ਦਾ ਹਰਬਲ ਅਰਥ ਵੱਲੋਂ ਜ਼ੂਮ ਮੀਟਿੰਗ ਜੁਆਇਨ ਕਰ ਰਹੇ ਹਾਂ ਸਾਰੇ, ਤੇ ਡਾਕਟਰ ਜੇ.ਐਸ. ਵਿਰਕ ਜੀ ਫਗਵਾੜਾ ਤੋਂ MBBS MD ਸਾਡੇ ਨਾਲ ਜੁੜੇ ਹਨ। ਜਿਹੜੇ ਅੱਜ ਸਾਡਾ ਜਿਹੜਾ ਵਿਸ਼ਾ ਹੈਗਾ ਆ ਉਹ ਡਾਇਬਸਿਟੀ ਤੇ ਆ, ਯਾਨੀ ਕਿ ਡਾਇਬਸਿਟੀ ਔਰ ਓਬੇਸਿਟੀ ਮਤਲਬ ਮੋਟਾਪਾ ਔਰ ਸ਼ੂਗਰ, ਇਹ ਜਿਹੜੇ ਰੋਗ ਹਨ ਇਹ ਸਾਨੂੰ ਕਿਹੜੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਆ, ਕਿਹੜੇ ਕਾਰਨ ਹੁੰਦੀਆਂ ਹਨ, ਤੇ ਇਹਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ, ਕਿਵੇਂ ਆਪਣੇ ਲਾਈਫ ਸਟਾਈਲ ਦੇ ਵਿੱਚ ਤਬਦੀਲੀਆਂ ਕਰਕੇ ਆਪਣੇ ਆਪ ਨੂੰ ਬਿਮਾਰੀ ਮੁਕਤ ਕਰ ਸਕਦੇ ਹਾਂ। ਤੇ ਆਓ ਜਾਣਦੇ ਹਾਂ ਆਪਣੇ ਡਾਕਟਰ ਸਾਹਿਬ ਦੇ ਨਾਲ। ਤੇ ਜੀ ਡਾਕਟਰ ਸਾਹਿਬ। ਥੈਂਕ ਯੂ। ਵੈਲਕਮ ਵੈਲਕਮ ਵੈਲਕਮ। ਅੱਜ ਮੈਂ ਪਿਆਰੇ ਭੈਣੋ ਤੇ ਭਰਾਓ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਜਾਣਕਾਰੀ ਦੇਣੇ ਜਾ ਰਿਹਾ ਹਾਂ, ਜਿਹੜਾ ਕਿ ਹੈ ਹਾਊ ਕੈਨ ਵੀ ਮੈਨੇਜ ਡਾਇਬੈਟਿਸ ਇਨ ਦਾ ਸ਼ਾਰਟੈਸਟ ਟਾਈਮ। ਡਾਇਬੈਟਿਸ ਲਫ਼ਜ਼ ਬਹੁਤ ਹੀ ਅਣਜਾਣਿਆ ਪਛਾਣਿਆ ਨਹੀਂ ਹੈ, ਤੇ ਇਸ ਨੂੰ ਕੋਇਨ ਕੀਤਿਆਂ ਵੀ ਥੋੜੀ ਦੇਰ ਹੋਈ ਆ, ਬਹੁਤੇ ਡਾਕਟਰਸ ਵੀ ਨਹੀਂ ਇਹਨੂੰ ਜਾਣਦੇ। ਡਾਇਬੈਟਿਸ ਦਾ ਮਤਲਬ ਹੈ ਡਾਇਬਟੀਜ਼ ਜਿਹੜੀ ਕਿ ਸ਼ੂਗਰ ਹੁੰਦੀ ਆ, ਤੇ ਓਬੈਸਿਟੀ ਮੀਨਸ ਜਿਹੜਾ ਮੋਟਾਪਾ ਹੁੰਦਾ। ਜਦੋਂ ਇਹਨਾਂ ਦੋਨਾਂ ਦਾ ਸੁਮੇਲ ਹੋ ਜਾਂਦਾ ਆ ਤੇ ਉਸ ਨੂੰ ਅਸੀਂ ਡਾਇਬੈਟਿਸ ਕਹਿੰਦੇ ਆ, ਕਿਉਂਕਿ ਇਹ ਦੋਨੇ ਚੀਜ਼ਾਂ ਦੇ ਜਿਹੜੇ ਕਾਰਨ ਹੈਗੇ ਆ ਔਰ ਇਹਨਾਂ ਦੇ ਇਫੈਕਟਸ ਹੈਗੇ ਆ ਉਹ ਆਲਮੋਸਟ ਸਿਮਿਲਰ ਹੈਗੇ ਆ, ਇੱਕੋ ਜਿਹੇ ਆ। ਸੋ ਵਾਟ ਇਜ਼ ਡਾਇਬੈਟਿਸ? ਡਾਇਬੈਟਿਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਾਇਬਟੀਜ਼ ਔਰ ਓਬੈਸਿਟੀ ਜਦੋਂ ਇੱਕ ਮਰੀਜ਼ ਦੇ ਵਿੱਚ ਦੋਨੋਂ ਚੀਜ਼ਾਂ ਹੁੰਦੀਆਂ ਆ ਤੇ ਅਸੀਂ ਉਹਨੂੰ ਡਾਇਬੈਟਿਸ ਕਹਿੰਦੇ ਹਾਂ। ਤੇ ਗਲੋਬਲੀ ਤਕਰੀਬਨ 11 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਕਿ ਇਹ 20 ਸਾਲ ਤੋਂ 80 ਸਾਲ ਦੇ ਦਰਮਿਆਨ ਹੈ, ਉਹਨੂੰ ਇਹ ਡਾਇਬੈਟਿਸ ਦੀ ਤਕਲੀਫ ਹੁੰਦੀ ਹੈ। ਤਕਰੀਬਨ 9% ਵਰਲਡ ਵਾਈਡ ਇਹਦੀ ਪ੍ਰੈਵਲੈਂਸ ਹੈਗੀ ਆ। ਡਾਇਬਟੀਜ਼ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ, ਡਾਇਬਟੀਜ਼ 1 ਔਰ ਡਾਇਬਟੀਜ਼ 2। ਡਾਇਬਟੀਜ਼ 1 ਜਿਹੜੀ ਹੈ ਉਹ ਬੱਚਿਆਂ ਨੂੰ ਹੁੰਦੀ ਆ ਔਰ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਪੈਂਕਰੀਆਸ ਹੈ ਉਹ ਇਨਸੂਲਿਨ ਨਹੀਂ ਬਣਾਉਂਦਾ, ਤੇ ਇਸ ਕਰਕੇ ਉਹਨਾਂ ਦੀ ਸ਼ੂਗਰ ਵੱਧ ਜਾਂਦੀ ਹੈਗੀ। ਪਰ ਉਹਨਾਂ ਦੀ ਇਨਸੂਲਿਨ ਜਿਹੜੀ ਹੈਗੀ ਆ ਉਹ ਨਿਲ ਜਾਂ ਬਹੁਤ ਘੱਟ ਹੁੰਦੀ ਆ। ਡਾਇਬਟੀਜ਼ 2 ਜਿਹੜੀ ਕਿ ਅਡਲਟ ਔਨਸੈਟ ਡਾਇਬਟੀਜ਼ ਹੁੰਦੀ ਆ, ਉਹਦੇ ਵਿੱਚ ਇਨਸੂਲਿਨ ਤਾਂ ਕਾਫੀ ਹੁੰਦੀ ਆ ਔਰ ਸ਼ੂਗਰ ਵੀ ਵੱਧ ਜਾਂਦੀ ਆ, ਪਰ ਉਹ ਇਨਸੂਲਿਨ ਜਿਹੜੀ ਹੈ ਉਹ ਰਿਲੇਟਿਵਲੀ ਘੱਟ ਜਾਂਦੀ ਆ, ਕਿਉਂਕਿ ਉਹਦਾ ਅਸਰ ਜਿਹੜਾ ਸਾਡੇ ਟਿਸ਼ੂਜ਼ ਦੇ ਉੱਤੇ ਆ ਉਹ ਬਹੁਤ ਘੱਟ ਹੁੰਦਾ ਆ, ਕਿਉਂਕਿ ਸਾਡੀ ਬੋਡੀ ਦੇ ਟਿਸ਼ੂਜ਼ ਜਿਹੜੇ ਹੈਗੇ ਆ, ਮਸਲਸ ਹੈਗੇ ਆ, ਟਿਸ਼ੂਜ਼ ਹੈਗੇ ਆ, ਉਹ ਉਸ ਦੇ ਐਕਸ਼ਨ ਨੂੰ ਰੈਜ਼ਿਸਟ ਕਰਦੇ ਆ, ਉਹਨਾਂ ਦਾ ਅਸਰ ਉਹਨਾਂ ਦੇ ਉੱਤੇ ਨਹੀਂ ਹੁੰਦਾ। ਬਹੁਤ ਸਾਰੇ ਕਾਮਨ ਫੀਚਰਸ ਹੈਗੇ ਆ ਡਾਇਬਟੀਜ਼ ਦੇ ਤੇ ਓਬੈਸਿਟੀ ਦੇ, ਮੋਟਾਪੇ ਦੇ। ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਸਾਡੇ ਜਿਹੜੇ ਫੈਟ ਸੈਲਸ ਹੈਗੇ ਆ ਉਹ ਵੱਧ ਜਾਂਦੇ। ਫੈਟ ਸੈਲਸ ਜਾਂ ਚਰਬੀ ਜਿਹਨੂੰ ਕਹਿੰਦੇ ਆ ਉਹ ਸਾਡੇ ਸਰੀਰ ਦੇ ਉੱਤੇ ਵੱਧ ਜਾਂਦੀ ਆ। ਫਿਰ ਸਾਡੇ ਜਿਹੜੇ ਮਸਲਸ ਹੈਗੇ ਆ ਉਹ ਇਫੈਕਟ ਹੋ ਜਾਂਦੇ ਆ ਉਹਨਾਂ ਦੇ ਵਿੱਚ। ਫਿਰ ਸਾਡੀ ਜਿਹੜੀਆਂ ਨਾੜਾਂ ਹੈਗੀਆਂ, ਜਿਹੜੀਆਂ ਖੂਨ ਦੀਆਂ ਨਾੜਾਂ ਹੈਗੀਆਂ ਆ, ਉਹਨਾਂ ਦੇ ਵਿੱਚ ਸੋਜ ਆ ਜਾਂਦੀ ਆ, ਤੇ ਜਿਹੜਾ ਸਾਡਾ ਜਿਗਰ ਹੈਗਾ ਆ ਉਹਦੇ ਵੀ ਡਿਸਫੰਕਸ਼ਨਸ ਹੋ ਜਾਂਦੇ ਦੋਨਾਂ ਚੀਜ਼ਾਂ ਦੇ ਵਿੱਚ, ਡਾਇਬਟੀਜ਼ ਦੇ ਵਿੱਚ ਵੀ ਔਰ ਓਬੈਸਿਟੀ ਦੇ ਵਿੱਚ। ਫਿਰ ਓਬੈਸਿਟੀ ਜਿਹੜੀ ਹੈ ਇਹ ਸਾਡੀ ਜਿਹੜੀ ਡਾਇਬਟੀਜ਼ ਹੈਗੀ ਆ ਉਹਦੀ ਨੈਚੁਰਲ ਹਿਸਟਰੀ ਨੂੰ ਵੀ ਡਿਸਟਰਬ ਕਰ ਦਿੰਦੀ ਹੈਗੀ ਆ, ਆਲਟਰ ਕਰ ਦਿੰਦੀ ਹੈਗੀ ਆ, ਕਿਉਂਕਿ ਜਿਹੜੀ ਓਬੈਸਿਟੀ ਹੈ ਉਹ ਸਾਡੇ ਪੇਟ ਤੇ ਜ਼ਿਆਦਾ ਇਫੈਕਟ ਕਰਦੀ ਹੈ, ਜਿੱਥੇ ਪੇਟ ਦੇ ਵਿੱਚ ਚਰਬੀ ਜ਼ਿਆਦਾ ਪੈਦਾ ਹੋ ਜਾਂਦੀ ਹੈ। ਤੇ ਜਿਹੜੀ ਸਾਡੀ ਖੂਨ ਦੀਆਂ ਨਾੜਾਂ ਹੈਗੀਆਂ, ਖੂਨ ਦੀਆਂ ਨਾਲੀਆਂ ਹੈਗੀਆਂ, ਆਰਟਰੀਜ਼, ਵੇਨਸ ਹੈਗੀਆਂ, ਆਰਟਰੀਜ਼ ਸਪੈਸ਼ਲੀ ਹੈਗੀਆਂ ਆ, ਉਹਨਾਂ ਦੇ ਵਿੱਚ ਵੀ ਸੋਜ ਹੋ ਜਾਂਦੀ ਆ ਔਰ ਉਹਨਾਂ ਦੇ ਵਿੱਚ ਇਸ ਕਰਕੇ ਉਹ ਜ਼ਿਆਦਾ ਇਨਫਲੇਮੇਟਰੀ ਹੋ ਜਾਂਦੀਆਂ ਸਾਰੇ ਬੋਡੀ ਦੇ ਵਿੱਚ, ਔਰ ਉਹਨਾਂ ਦੇ ਵਿੱਚ ਥ੍ਰੋਮਬੋਟਿਕ ਜਿਹੜਾ ਥੱਕੇ ਜੰਮ ਜਾਂਦੇ ਆ, ਔਰ ਜਿਹੜੀ ਇਨਸੂਲਿਨ ਹੈਗੀ ਆ ਉਹਦੀ ਰੈਸਿਸਟੈਂਸ ਹੋ ਜਾਂਦੀ ਆ। ਜਿਹੜੇ ਸਾਡੇ ਆਰਗਨਸ ਹੈਗੇ ਆ
ਉਹਨਾਂ ਤੇ ਜਿਹੜੀ ਇਨਸੂਲਿਨ ਦਾ ਅਸਰ ਬਹੁਤ ਘਟ ਜਾਂਦਾ ਹੈਗਾ ਆ। ਓਬੈਸਿਟੀ ਜਿਹੜੀ ਆ ਇਹ ਡਾਇਬਟੀਜ਼ ਦਾ ਰਿਸਕ ਫੈਕਟਰ ਹੈਗਾ ਆ, ਕਿਉਂਕਿ ਜੇ ਓਬੈਸਿਟੀ ਹੈਗੀ ਆ ਤੇ ਡਾਇਬਟੀਜ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ। ਔਰ 30% ਜਿਹੜੇ ਓਬੀਜ਼ ਪੇਸ਼ੈਂਟਸ ਹੈਗੇ ਆ ਉਹ ਡਾਇਬੈਸਟੀ ਮਤਲਬ ਡਾਇਬਟੀਜ਼ ਦਾ ਸ਼ਿਕਾਰ ਹੋ ਹੀ ਜਾਂਦੇ ਹੈਗੇ। ਤੇ ਇਹਦੇ ਮੇਨਲੀ ਸਿੰਪਟਮਸ ਜਿਹੜੇ ਹੈਗੇ ਆ ਉਹ ਮੈਟਾਬੋਲਿਕ ਡਿਸਆਰਡਰਸ ਹੋ ਜਾਂਦੇ ਆ, ਕਿਉਂਕਿ ਸ਼ੂਗਰ ਵਗੈਰਾ ਵੱਧ ਜਾਂਦੀ ਆ, ਲਿਪਿਡਸ ਵੱਧ ਜਾਂਦੇ ਆ। ਫਿਰ ਇਹਦੇ ਵਿੱਚ ਜਿਹੜੇ ਸਟ੍ਰੈਸ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਇਨਸੂਲਿਨ ਹੈ ਉਹ ਰੈਜ਼ਿਸਟੈਂਸ ਹੋ ਜਾਂਦੀ ਆ ਡਾਇਬਟੀਜ਼ 2 ਦੇ ਵਿੱਚ। ਇਹ ਮੇਨ ਇੱਕ ਹੈਗੇ ਆ। ਔਰ ਫਿਰ ਜਿਹੜਾ ਸਾਡਾ ਓਬੈਸਿਟੀ ਦਾ ਸਿਸਟਮ ਹੈਗਾ ਉਹ ਅਸੀਂ ਮੈਜ਼ਰ ਕਰਦੇ ਹਾਂ BMI ਤੇ, ਬੋਡੀ ਮਾਸ ਇੰਡੈਕਸ ਦੇ ਉੱਤੇ। ਬੋਡੀ ਮਾਸ ਇੰਡੈਕਸ ਹੈ ਜਿਹੜਾ ਸਾਡਾ weight ਹੈ ਉਹ ਕਿਲੋਗ੍ਰਾਮ ਦੇ ਵਿੱਚ ਅਗਰ ਅਸੀਂ ਲਈਏ ਤੇ ਉਹਦੇ ਬਟਾ ਅਸੀਂ ਜਿਹੜੀ ਆਪਣੀ ਹਾਈਟ ਹੈ ਉਹ ਮੀਟਰਸ ਦੇ ਵਿੱਚ ਲਈਏ ਔਰ ਉਹਨੂੰ ਸਕੁਅਰ ਕਰ ਦਈਏ ਤਾਂ ਉਹ ਸਾਡਾ BMI ਬਣ ਜਾਂਦਾ ਹੈ। ਉਹਨੂੰ ਅਸੀਂ ਬੋਡੀ ਮਾਸ ਇੰਡੈਕਸ ਕਹਿੰਦੇ ਹਾਂ। ਇਹ ਮੈਜ਼ਰ ਕਿਸ ਤਰ੍ਹਾਂ ਹੈ ਕਿ ਜੇ ਇਹ 18.5 ਤੋਂ ਘੱਟ ਹੈ ਤੇ ਅਸੀਂ ਉਹਨੂੰ ਅੰਡਰਵੇਟ ਕਹਿੰਦੇ ਹਾਂ, ਤੇ ਜੇ ਇਹ 18.5 ਤੋਂ 24.9 ਤੱਕ ਹੈ ਤਾਂ ਇਹ ਨਾਰਮਲ ਹੈ। 18.5 ਤੋਂ ਲੈ ਕੇ 24.9 ਤੱਕ ਇਹ ਨਾਰਮਲ BMI ਅਸੀਂ ਗਿਣਦੇ ਆ, ਉਹਨੂੰ ਅਸੀਂ ਮੋਟਾਪਾ ਨਹੀਂ ਕਹਿੰਦੇ, ਹੈਲਦੀ ਕਹਿੰਦੇ ਆ। ਜਿਹੜਾ 25 ਤੋਂ 29.9 ਤੱਕ ਹੈ ਉਹਨੂੰ ਅਸੀਂ ਓਵਰਵੇਟ ਕਹਿੰਦੇ। ਔਰ ਜਿਹੜਾ 30 ਤੋਂ ਜ਼ਿਆਦਾ ਹੈ ਉਹਨੂੰ ਅਸੀਂ ਓਬੈਸਿਟੀ ਕਹਿੰਦੇ, ਓਬੀਜ਼ ਪੇਸ਼ੈਂਟ ਕਹਿੰਦੇ ਆ, ਮੋਟਾਪੇ ਦਾ ਸ਼ਿਕਾਰ ਕਹਿੰਦੇ ਹੈਗੇ। ਤੇ ਇਹ ਇੱਕ ਹੋਰ ਪੈਰਾਮੀਟਰ ਹੈ ਜਿਹੜਾ ਕਿ ਵੇਸਟ ਸਰਕਮਫਰੈਂਸ ਹੈਗਾ ਆ। ਵੇਸਟ ਸਰਕਮਫਰੈਂਸ ਹੈ ਜਦੋਂ ਅਸੀਂ ਧੁੰਨੀ ਦੇ ਉੱਤੇ ਅਸੀਂ ਇੰਚੀ ਟੇਪ ਦੇ ਨਾਲ ਮੈਜ਼ਰ ਕਰੀਏ ਤੇ ਉਹ ਔਰਤਾਂ ਦੇ ਵਿੱਚ ਜੇ 35 ਇੰਚ ਤੋਂ ਜ਼ਿਆਦਾ ਆ, 35 ਇੰਚਸ ਤੋਂ ਜ਼ਿਆਦਾ ਅਸੀਂ ਓਬੈਸਿਟੀ ਗਿਣਦੇ ਆ, ਤੇ ਮੇਲਸ ਦੇ ਵਿੱਚ, ਆਦਮੀਆਂ ਦੇ ਵਿੱਚ 40 ਇੰਚ ਤੋਂ ਜ਼ਿਆਦਾ ਹੈ ਤੇ ਉਹ ਅਸੀਂ ਉਹਨੂੰ ਓਬੈਸਿਟੀ ਗਿਣਦੇ ਹਾਂ। ਇਹਦੇ ਵਿਸਰਲ ਫੈਟ ਜਿਹੜੀ ਸਾਡੇ ਪੇਟ ਦੇ ਵਿੱਚ ਫੈਟ ਹੁੰਦੀ ਆ, ਚਰਬੀ ਹੁੰਦੀ ਆ, ਉਹਦਾ ਮੈਜ਼ਰ ਜ਼ਿਆਦਾ ਇੰਪੋਰਟੈਂਟ ਹੈਗਾ ਹੈ। ਫਿਰ ਤਕਰੀਬਨ 20 ਤੋਂ 80 ਸਾਲ ਦੇ ਦਰਮਿਆਨ ਤਕਰੀਬਨ 46 ਕਰੋੜ ਲੋਕਾਂ ਨੂੰ ਡਾਇਬਟੀਜ਼ ਹੈਗੀ। ਔਰ ਇਹ ਦੇਖਣ ਚ ਆਇਆ ਕਿ 2045, ਹੁਣ 2021 ਚੱਲ ਰਿਹਾ, 2045 ਤੱਕ ਇਹ ਜਿਹੜੀ ਸੰਖਿਆ ਹੈ ਇਹ ਕੋਈ 70 ਕਰੋੜ ਦੇ ਲਾਗੇ ਛਾਗੇ ਪਹੁੰਚ ਜਾਣੀ ਹੈ। ਇਸ ਤਰ੍ਹਾਂ ਵੱਧ ਰਹੀ ਹੈ। ਬਹੁਤੀਆਂ ਕੰਟਰੀਜ਼ ਦੇ ਵਿੱਚ ਜਿਹੜੀ ਡਾਇਬਟੀਜ਼ ਦੀ ਤਾਦਾਦ ਹੈਗੀ ਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ। ਕਾਰਨ ਕਈ ਹੋ ਸਕਦੇ ਆ। ਤੇ 80% ਅਡਲਟ ਜਿਹੜੇ ਆ ਡਾਇਬਟੀਜ਼ ਵਾਲੇ ਉਹ ਜਿਹੜੀਆਂ ਲੋ ਇਨਕਮ ਵਾਲੇ ਜਾਂ ਮਿਡਲ ਇਨਕਮ ਵਾਲੀਆਂ ਕੰਟਰੀਜ਼ ਹੈਗੇ ਆ ਉਹਨਾਂ ਦੇ ਵਿੱਚ ਰਹਿੰਦੇ ਆ। 80% ਸਿਰਫ 20% ਆ ਜਿਹੜੇ ਕਿ ਫਲੂਐਂਟ ਕੰਟਰੀਜ਼ ਦੇ ਵਿੱਚ ਹੈਗੇ। 65 ਸਾਲ ਤੋਂ ਉੱਪਰ ਜਿਹੜੇ ਲੋਕ ਹੈ ਉਹ 5 ਚੋਂ 1 ਨੂੰ ਡਾਇਬਟੀਜ਼ ਮਲਾਈਟਸ ਹੈਗੀ ਆ, ਸ਼ੂਗਰ ਦੀ ਬਿਮਾਰੀ ਹੈਗੀ ਆ। ਤੇ ਕੋਈ ਤਕਰੀਬਨ 23 ਕਰੋੜ ਲੋਕ, 2 ਚੋਂ 1 ਦੀ ਜਿਹੜੀ ਡਾਇਬਟੀਜ਼ ਹੈ ਉਹ ਅਨਡਾਇਗਨੋਸਡ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਮਤਲਬ 2 ਦੇ ਵਿੱਚੋਂ ਜਿੰਨੇ ਡਾਇਬਟੀਜ਼ ਦੇ ਪੇਸ਼ੈਂਟ ਹੈਗੇ ਆ ਉਹਨਾਂ ਦੇ ਵਿੱਚੋਂ ਅੱਧਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਵੀ ਹੈ। ਤੇ ਜੇ ਉਹਨਾਂ ਨੂੰ ਪਤਾ ਨਹੀਂ ਹੈ ਤਾਂ ਉਹਨਾਂ ਨੇ ਉਹਦਾ ਇਲਾਜ ਹੀ ਨਹੀਂ ਕਰਨਾ ਔਰ ਉਹ ਉਸੇ ਤਰ੍ਹਾਂ ਉਹਦੀਆਂ ਕੰਪਲੀਕੇਸ਼ਨਾਂ ਦੇ ਨਾਲ ਉਹ ਗ੍ਰਸਤੇ ਜਾਣੇ ਹੈਗੇ ਆ। ਫਿਰ ਕੋਈ ਤਕਰੀਬਨ ਸਾਲ ਦੇ ਵਿੱਚ 42 ਲੱਖ ਡੈਥਸ ਥਰੂ ਆਊਟ ਦਾ ਵਰਲਡ, 42 ਲੱਖ ਡੈਥਸ ਜਿਹੜੀਆਂ ਆ ਉਹ ਸ਼ੂਗਰ ਦੀ ਬਿਮਾਰੀ ਕਰਕੇ ਹੁੰਦੀਆਂ। ਇੰਨੀ ਭਿਆਨਕ ਬਿਮਾਰੀ ਇਹ ਹੈ ਜਿਹਦਾ ਕਿ ਬਹੁਤ ਜ਼ਰੂਰੀ ਆ ਕਿ ਅਸੀਂ ਇਹਦੇ ਵੱਲ ਜ਼ਿਆਦਾ ਖਿਆਲ ਰੱਖੀਏ। ਤੇ 37 ਕਰੋੜ ਐਸੇ ਓਬੀਜ਼ ਪੇਸ਼ੈਂਟ ਹੈ ਜਿਹੜੇ ਕਿ ਡਾਇਬਟੀਜ਼ ਡਿਵੈਲਪ ਕਰ ਜਾਂਦੇ ਹੈਗੇ ਆ। ਜਿਹੜੇ ਜਿੰਨੇ ਵੀ ਓਬੀਜ਼ ਪੇਸ਼ੈਂਟ ਹੈਗੇ ਆ 37 ਕਰੋੜ ਉਹਨਾਂ ਨੇ ਡਾਇਬਟੀਜ਼ ਉਹਨਾਂ ਨੂੰ ਡਿਵੈਲਪ ਹੌਲੀ ਹੌਲੀ ਹੋ ਜਾਂਦੀ ਹੈਗੀ ਆ।
ਇਹ 2016 ਦੀ ਇੱਕ ਸੈਂਸਸ ਹੈ, ਉਹਦੇ ਵਿੱਚ ਮੋਰ ਦੈਨ 190 ਕਰੋੜ ਜਿਹੜੇ ਸੀ 18 ਸਾਲ ਤੋਂ ਉੱਪਰ ਵਾਲੇ ਓਵਰਵੇਟ ਸੀ, ਔਰ ਉਹਨਾਂ ਨੂੰ ਮਤਲਬ ਇਹਨਾਂ ਵਿੱਚੋਂ ਜਿਹੜੇ 65 ਕਰੋੜ ਸੀ ਉਹ ਡਾਇਬੈਟਿਕ ਸੀਗੇ, ਜਿਹੜੇ ਓਵਰਵੇਟ ਸੀ, ਔਰ ਉਹਨਾਂ ਵਿੱਚ 65 ਕਰੋੜ ਜਿਹੜੇ ਸੀ ਉਹ ਡਾਇਬਟੀਜ਼ ਵਾਲੇ ਸੀਗੇ। ਔਰ ਜ਼ਿਆਦਾਤਰ ਜਿਹੜੇ ਹੈਗੇ ਆ ਕੋਈ 4 ਕਰੋੜ ਦੇ ਲਾਗੇ ਜਿਹੜੇ ਬੱਚੇ ਹੈਗੇ ਆ 5 ਸਾਲ ਤੋਂ ਘੱਟ ਦੀ ਉਮਰ ਦੇ, ਉਹਨਾਂ ਨੂੰ ਵੀ ਓਵਰਵੇਟ ਜਾਨੀ ਮਤਲਬ ਜਨਮ ਦੇ ਲਾਗੇ ਛਾਗੇ ਹੀ ਉਹਨਾਂ ਨੂੰ ਓਬੈਸਿਟੀ ਸ਼ੁਰੂ ਹੋ ਗਈ ਆ, ਔਰ ਬੱਚਿਆਂ ਨੂੰ ਵੀ ਓਬੈਸਿਟੀ ਜਿਹੜੀ ਆ ਉਹ ਤੰਗ ਕਰਨ ਲੱਗ ਪਈ ਹੈਗੀ। ਸੋ 30% ਜਿਹੜੇ ਓਬੀਸ ਪੇਸ਼ੈਂਟ ਹੈਗੇ ਆ, ਡਾਇਬੈਟਿਸ ਦੇ ਪੇਸ਼ੈਂਟ ਹੈਗੇ ਆ, ਉਹ ਡਾਇਬਟੀਜ਼ ਡਿਵੈਲਪ ਕਰ ਜਾਂਦੇ ਆ, ਔਰ 85% ਜਿਹੜੇ ਡਾਇਬਟੀਜ਼ ਦੇ ਪੇਸ਼ੈਂਟ ਆ ਉਹ ਓਬੀਜ਼ ਹੁੰਦੇ ਆ। ਸੋ ਇਸ ਕਰਕੇ ਇਸ ਬਿਮਾਰੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਆ। ਜੇ ਸਾਡਾ weight ਜ਼ਿਆਦਾ ਆ ਤੇ ਸਾਡੀ ਜਿਹੜੀ ਇਨਸੂਲਿਨ ਰੈਜ਼ਿਸਟੈਂਸ ਹੈਗੀ ਆ ਉਨੀ ਜ਼ਿਆਦਾ ਹੋਏਗੀ, ਔਰ ਉਨਾ ਹੀ ਜ਼ਿਆਦਾ ਸਾਨੂੰ ਜਲਦੀ ਤੋਂ ਜਲਦੀ ਡਾਇਬਟੀਜ਼ ਨੇ ਗਰਸਣਾ ਹੈਗਾ। ਸੋ ਇਸ ਕਰਕੇ ਜਿਹੜਾ weight ਹੈਗਾ ਆ ਉਹਦੇ ਵੱਲ ਵੀ ਸਾਨੂੰ ਜ਼ਿਆਦਾ ਖਿਆਲ ਰੱਖਣਾ, ਲੇਡੀਜ਼ ਖਾਸ ਕਰਕੇ ਇਸ ਦੇ ਵੱਲ ਬਹੁਤ ਜ਼ਿਆਦਾ ਖਿਆਲ ਰੱਖਣ, ਤਾਂ ਕਿ ਉਹਨਾਂ ਦਾ ਜਿਹੜਾ weight ਹੈਗਾ ਆ ਉਹ ਨਾਰਮਲ ਰਹੇ ਜਾਂ ਜ਼ਿਆਦਾ ਵਧੇ ਨਾ। ਸੋ ਇਸ ਕਰਕੇ ਇਹ ਜਿਹੜੀ ਇਨਸੂਲਿਨ ਰੈਜ਼ਿਸਟੈਂਸ ਹੈਗੀ ਆ, ਇਹ ਸਭ ਤੋਂ ਜ਼ਿਆਦਾ ਅਸਰ ਸਾਡੇ ਲਿਵਰ ਦੇ ਉੱਤੇ ਕਰਦੀ ਆ ਤੇ ਜਾਂ ਫਿਰ ਸਾਡੇ ਦਿਮਾਗ ਦੇ ਉੱਤੇ ਕਰਦੀ ਆ। ਉਹਦੇ ਨਾਲ ਫਿਰ ਕੀ ਹੁੰਦਾ, ਉਹਦੇ ਨਾਲ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਉਹਦੇ ਨਾਲ ਸ਼ੁਰੂ ਹੋ ਜਾਂਦੀਆਂ ਆ, ਤੇ ਫਿਰ ਸਾਨੂੰ ਇਹ ਘਾਤਕ ਸਿੱਧ ਹੁੰਦੀਆਂ ਆ ਬਾਅਦ ਦੇ ਵਿੱਚ। ਸੋ ਥੋੜੇ ਜਿਹੇ ਕਾਰਨ ਦੱਸਣਾ ਚਾਹਨਾ ਮੈਂ ਕਿ ਇਹ ਓਬੈਸਿਟੀ ਦੇ ਕਾਰਨ ਕੀ ਹੈਗੇ, ਕਿਉਂ ਸਾਡਾ weight ਜਿਹੜਾ ਆ ਆਮ ਕਰਕੇ ਵੱਧ ਜਾਂਦਾ ਹੈ। ਇੱਕ ਤੋਂ ਸਭ ਤੋਂ ਪਹਿਲਾਂ ਤਾਂ ਵੱਡਾ ਕਾਰਨ ਇਹ ਹੈ ਕਿ ਸਾਡੀ ਜਿਹੜੀ ਫਿਜ਼ੀਕਲ ਇਨਐਕਟਿਵਿਟੀ ਹੈਗੀ ਆ, ਅਸੀਂ ਬਹੁਤਾ ਦੇਰ ਬੈਠੇ ਰਹਿੰਦੇ ਆ, ਆਪਣੇ ਅੰਗਾਂ ਨੂੰ ਹਿਲਾਉਂਦੇ ਨਹੀਂ ਹੈ, ਨਾ ਅਸੀਂ ਐਕਸਰਸਾਈਜ਼ ਕਰਦੇ ਆ। ਜੇ ਘਰ ਦੇ ਵਿੱਚ ਵੀ ਬੈਠੇ ਆ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਅਸੀਂ ਬੈਠੇ ਬੈਠੇ ਹੀ ਕਰੀ ਜਾਂਦੇ ਆ। ਤੇ ਟੀਵੀ ਦੇ ਵਿੱਚ ਵੀ ਅੱਜ ਕੱਲ ਰਿਮੋਟ ਕੰਟਰੋਲ ਆ ਗਿਆ, ਉੱਠ ਕੇ ਵੀ ਜਾਣਾ ਨਹੀਂ ਪੈਂਦਾ। ਜੇ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਮੂਵਿੰਗ ਰਹੀਏ, ਹਮੇਸ਼ਾ ਮੂਵਿੰਗ ਰਹੀਏ, ਆਪਣੇ ਸਰੀਰ ਨੂੰ ਹਿਲਾਉਂਦੇ ਰਹੀਏ, ਤਾਂ ਅਸੀਂ ਕਾਫੀ ਹੱਦ ਤੱਕ ਓਬੈਸਿਟੀ ਤੋਂ ਬਚ ਸਕਦੇ ਹਾਂ। ਫਿਰ ਹੈਗਾ ਓਵਰ ਈਟਿੰਗ, ਤੇ ਖਾਣ ਦੀਆਂ ਸਾਡੀਆਂ ਆਦਤਾਂ ਜਿਹੜੀਆਂ ਹੈਗੀਆਂ ਆ ਉਹ ਕਈ ਵਾਰੀ ਗਲਤ ਹੋ ਜਾਂਦੀਆਂ, ਤੇ ਅਸੀਂ ਕਾਫੀ ਚੀਜ਼ਾਂ ਜਿਹੜੀਆਂ ਆ ਓਵਰ ਈਟ ਕਰ ਜਾਂਦੇ ਹੈਗੇ ਆ, ਤੇ ਉਹਦੇ ਨਾਲ ਵੀ ਇਹ ਓਬੈਸਿਟੀ ਜਿਹੜੀ ਹੈ ਜਾਂ ਮੋਟਾਪਾ ਹੈਗਾ ਆ ਉਹ ਜ਼ਿਆਦਾ ਬਣਦਾ ਹੈ। ਕਈ ਵਾਰੀ ਜੈਨੇਟਿਕਸ ਇਫੈਕਟ ਹੁੰਦੇ ਆ ਕਿ ਪੇਰੈਂਟਸ ਵੱਲੋਂ ਹੀ ਸਾਨੂੰ ਇਸ ਤਰ੍ਹਾਂ ਦੇ ਜੀਨਸ ਮਿਲੇ ਆ, ਜਿਹਦੇ ਕਰਕੇ ਸਾਡਾ ਜਿਹੜਾ ਮੋਟਾਪਾ ਹੈਗਾ ਆ ਉਹ ਵੱਧਦਾ ਰਹਿੰਦਾ ਹੈਗਾ। ਫਿਰ ਜ਼ਿਆਦਾ ਹੈਗਾ ਜੇ ਪ੍ਰੈਗਨੈਂਸੀ ਹੋ ਜਾਂਦੀ ਆ, ਉਹਦੇ ਬਾਅਦ ਦੇ ਵਿੱਚ ਵੀ ਮੋਟਾਪੇ ਹੋਣਾ ਕਈ ਵਾਰੀ ਜ਼ਰੂਰੀ ਹੋ ਜਾਂਦਾ ਆ, ਕਿਉਂਕਿ ਪ੍ਰੈਗਨੈਂਸੀ ਦੇ ਵਿੱਚ ਜ਼ਿਆਦਾ ਖੁਰਾਕ ਮਿਲਦੀ ਆ ਔਰ ਜ਼ਿਆਦਾ ਮੂਵਮੈਂਟ ਵੀ ਨਹੀਂ ਹੁੰਦੀ, ਇਸ ਕਰਕੇ ਪ੍ਰੈਗਨੈਂਸੀ ਤੋਂ ਬਾਅਦ ਵੀ ਇਸ ਤਰ੍ਹਾਂ ਹੋ ਜਾਂਦਾ ਹੈ। ਫਿਰ ਕਈ ਐਸੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੇ ਨਾਲ ਮੋਟਾਪਾ ਜਿਹੜਾ ਹੈਗਾ ਆ ਉਹ ਵੀ ਹੋ ਜਾਂਦਾ ਹੈਗਾ ਹੈ। ਫਿਰ ਸਾਈਕੋਲੋਜੀਕਲ ਰੀਜ਼ਨਸ ਕਈ ਹੈਗੇ ਆ। ਪੇਸ਼ੈਂਟ ਦੇਖਣ ਚ ਆਇਆ ਕਿ ਜਿਹੜੇ ਡਿਪਰੈਸ਼ਨ ਦੇ ਮਰੀਜ਼ ਹੈਗੇ ਆ, ਜਿਨ੍ਹਾਂ ਨੂੰ ਡਿਪਰੈਸ਼ਨ ਰਹਿੰਦਾ ਆ, ਉਹ ਵੀ ਆਪਣੇ ਡਿਪਰੈਸਿੰਗ ਮੂਡ ਨੂੰ ਸੈੱਟ ਕਰਨ ਲਈ ਖੁਰਾਕ ਦਾ ਸਹਾਰਾ ਲੈ ਕੇ, ਜ਼ਿਆਦਾ ਖੁਰਾਕ ਖਾ ਕੇ ਤੇ ਆਪਣੇ ਆਪ ਨੂੰ ਮੋਟਾਪੇ ਦੇ ਵੱਲ ਲੈ ਜਾਂਦੇ ਆ। ਤੋ ਇਸ ਤਰ੍ਹਾਂ ਕਈ ਸਾਈਕੋਲੋਜੀਕਲ ਕੰਡੀਸ਼ਨਸ ਹੈਗੀਆਂ, ਜਾਂ ਜਿਹੜੀਆਂ ਸਕਾਈਜ਼ੋਫਰੇਨਿਕ ਹੈਗੇ, ਜਿਹੜੇ ਜਿਨ੍ਹਾਂ ਨੂੰ ਥੋੜੀ ਪਾਗਲਪਨ ਦੀ ਸ਼ਿਕਾਇਤ ਹੈ ਮਰੀਜ਼ਾਂ ਨੂੰ, ਉਹ ਵੀ ਜ਼ਿਆਦਾ ਓਬੈਸਿਟੀ ਵੱਲ ਜ਼ਿਆਦਾ ਜਾਣ ਦਾ ਉਹਨਾਂ ਦਾ ਖਤਰਾ ਰਹਿੰਦਾ ਹੈਗਾ ਆ। ਫਿਰ ਕਈ ਡਿਜ਼ੀਜ਼ਸ ਹੈਗੀਆਂ, ਕਈ ਬਿਮਾਰੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮੋਟਾਪਾ ਹੋ ਜਾਂਦਾ, ਜਿੱਦਾਂ ਥਾਇਰਾਇਡ ਦੀ ਬਿਮਾਰੀ ਹੋ ਜਾਂਦੀ ਆ, ਹਾਈਪੋਥਾਇਰਾਇਡਿਜ਼ਮ ਹੁੰਦੀ ਆ, ਉਹਦੇ ਵਿੱਚ ਵੀ ਇਹ ਮੋਟਾਪਾ ਹੋ ਜਾਂਦਾ ਆ। ਕਸ਼ਿੰਗ ਡਿਜ਼ੀਜ਼ ਹੈਗੀ ਆ, ਜਾਂ ਕਈਆਂ ਨੂੰ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਹੁੰਦਾ ਆ ਇੱਕ, ਉਹਦੇ ਵਿੱਚ ਵੀ ਲੇਡੀਜ਼ ਨੂੰ ਮੋਟਾਪਾ ਹੋ ਜਾਂਦਾ ਆ। ਔਰ ਇਸ ਤਰ੍ਹਾਂ ਦੇ ਨਾਲ ਕਈ ਵਾਰੀ ਜ਼ਿਆਦਾ ਦਿਮਾਗ ਦੇ ਉੱਤੇ ਸਟ੍ਰੈਸ, ਬਹੁਤੀ ਵਾਰੀ ਤਾਂ ਸਟ੍ਰੈਸ ਜਿਹੜਾ ਹੈਗਾ ਉਹ ਸਾਡਾ ਜਿਹੜਾ weight ਹੈਗਾ ਉਹ ਰਿਡਿਊਸ ਕਰ ਦਿੰਦਾ, ਪਰ ਕਈ ਵਾਰੀ ਦੇਖਣ ਚ ਆਇਆ ਕਿ ਸਟ੍ਰੈਸ ਦੇ ਨਾਲ ਵੀ ਸਾਡਾ ਜਿਹੜਾ ਮੋਟਾਪਾ ਹੈਗਾ ਆ
ਉਹ ਜ਼ਿਆਦਾ ਵੱਧ ਜਾਂਦਾ ਹੈਗਾ। ਤੇ ਇਹਦੀਆਂ ਕੰਪਲੀਕੇਸ਼ਨਾਂ ਕੀ ਹੈਗੀਆਂ ਜਾਂ ਸਿੰਪਟਮਸ ਕੀ ਹੈਗੇ ਆ? ਵਾਰਨਿੰਗ ਸਿੰਪਟਮਸ ਤਾਂ ਇਹ ਹੈ ਕਿ ਜਦੋਂ ਤੁਹਾਡੇ ਸਰੀਰ ਦੇ ਵਿੱਚ ਫੈਟ ਵੱਧ ਜਾਂਦੀ ਹੈ, ਚਰਬੀ ਦਾ ਅਸਰ ਜ਼ਿਆਦਾ ਦਿਖਾਈ ਦਿੰਦਾ ਆ, ਤੇ ਇਹ ਸਮਝ ਲੈਣਾ ਚਾਹੀਦਾ ਕਿ ਤੁਹਾਨੂੰ ਮੋਟਾਪਾ ਜਿਹੜਾ ਆ ਉਹ ਹੋਣ ਲੱਗ ਪਿਆ ਹੈਗਾ ਆ। ਫਿਰ ਤੁਹਾਡੇ ਜਦੋਂ ਤੁਸੀਂ ਚੱਲਦੇ ਫਿਰਦੇ ਆ ਤੇ ਤੁਹਾਨੂੰ ਸਾਹ ਚੜ੍ਹਦਾ ਹੈਗਾ, ਸ਼ਾਰਟਨੈਸ ਆਫ ਬ੍ਰੈਥ ਹੁੰਦੀ ਹੈਗੀ ਆ, ਉਹ ਵੀ ਇੱਕ ਸਿੰਪਟਮ ਹੈ ਇਹਦਾ ਓਬੈਸਿਟੀ ਦਾ, ਮੋਟਾਪੇ ਦਾ। ਫਿਰ ਸਵੈਟਿੰਗ ਹੋ ਜਾਂਦੀ ਆ, ਆਮ ਆਦਮੀ ਨਾਲੋਂ ਜ਼ਿਆਦਾ ਸਵੈਟਿੰਗ, ਜੇ ਪਸੀਨਾ ਜ਼ਿਆਦਾ ਆਉਂਦਾ ਹੈ, ਜਾਂ ਫਿਰ ਸਨੋਰਿੰਗ ਹੋ ਜਾਂਦੀ ਹੈ। ਜਿਨ੍ਹਾਂ ਨੂੰ ਸਨੋਰਿੰਗ ਹੁੰਦੀ ਆ ਜਾਂ ਜਿਹਨਾਂ ਨੂੰ ਕੁਰਾੜੇ ਵੱਜਦੇ ਆ ਰਾਤ ਨੂੰ, ਉਹ ਵੀ ਓਬੈਸਿਟੀ ਦਾ ਇੱਕ ਵੱਡਾ ਸਾਈਨ ਹੈਗਾ ਆ, ਕਿਉਂਕਿ ਜਿਹੜੀ ਸਾਡੇ ਗਲੇ ਦੇ ਵਿੱਚ ਫੈਟ ਜੰਮਦੀ ਆ, ਫੈਟ ਦੇ ਨਾਲ ਜਿਹੜਾ ਸਾਡੀ ਸਾਹ ਦੀ ਨਾਲੀ ਹੈਗੀ ਆ, ਉਹ ਕਈ ਵਾਰੀ ਭੀੜੀ ਹੋ ਜਾਂਦੀ ਆ ਤੇ ਉਹਦੇ ਨਾਲ ਸਾਹ ਲੈਣਾ ਔਖਾ ਹੋ ਜਾਂਦਾ ਆ। ਤੇ ਇਸ ਕਰਕੇ ਰਾਤ ਨੂੰ ਅਗਰ ਅਸੀਂ ਸਿੱਧੇ ਸੌਂਦੇ ਆ ਤੇ ਸਾਨੂੰ ਸਨੋਰਿੰਗ, ਕੁਰਾੜੇ ਵੱਜਣ ਦੀ ਆਵਾਜ਼ ਆਉਂਦੀ ਆ, ਉਹ ਵੀ ਇੱਕ ਓਬੈਸਿਟੀ ਦਾ ਸਿੰਪਟਮ, ਸਾਨੂੰ ਵਾਰਨਿੰਗ ਸਿੰਪਟਮ ਹੈਗਾ ਕਿ ਸਾਨੂੰ ਓਬੈਸਿਟੀ ਜਿਹੜੀ ਆ ਉਹ ਹੋ ਗਈ, ਉਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈਗਾ ਆ। ਫਿਰ ਕਈ ਤਰ੍ਹਾਂ ਦੀਆਂ ਸਕਿਨ ਪ੍ਰੋਬਲਮਸ ਹੁੰਦੀਆਂ, ਕਿਉਂਕਿ ਜਿਹੜੇ ਸਾਡੇ ਫੋਲਡਸ ਹੈਗੇ ਆ, ਸਾਡੀ ਐਗਜ਼ਲਾ ਹੈਗੀ ਆ, ਜਾਂ ਸਾਡੇ ਪੇਟ ਦੇ ਵਾਲ ਹੈਗੇ ਆ, ਉਹਨਾਂ ਦੇ ਵਿੱਚ ਪਸੀਨਾ ਜ਼ਿਆਦਾ ਆ ਕੇ, ਔਰ ਉਹ ਵੀ ਉੱਥੇ ਵੀ ਸਾਨੂੰ ਸਕਿਨ ਪ੍ਰੋਬਲਮਸ ਜਿਹੜੀਆਂ ਹੈਗੀਆਂ, ਕੋਈ ਫੰਗਸ ਵਗੈਰਾ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਹੋ ਜਾਂਦੀਆਂ ਹੈਗੀਆਂ ਆ। ਔਰ ਇਸ ਤੋਂ ਬਾਅਦ ਫਿਰ ਕਈਆਂ ਨੂੰ ਨੀਂਦ ਦੀਆਂ ਪ੍ਰੋਬਲਮ, ਨੀਂਦ ਦੀ ਪ੍ਰੋਬਲਮ ਵੀ, ਵੈਸੇ ਤਾਂ ਨੀਂਦ ਦੀ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਆ, ਪਰ ਇਹਨਾਂ ਪੇਸ਼ੈਂਟਸ ਦੇ ਵਿੱਚ ਸਨੋਰਿੰਗ ਕਰਕੇ ਔਰ ਅਦਰਵਾਈਜ਼ ਆਲਸੋ ਸਲੀਪਿੰਗ ਪ੍ਰੋਬਲਮਸ ਜੇ ਹੋ ਜਾਣ, ਤੇ ਉਹ ਵੀ ਇੱਕ ਤਰ੍ਹਾਂ ਦਾ ਸਿੰਪਟਮ ਹੋ ਜਾਂਦਾ ਆ, ਜਿਹੜਾ ਕਿ ਓਬੈਸਿਟੀ ਦਾ ਇੱਕ ਵਾਰਨਿੰਗ ਸਾਈਨ ਹੋ ਜਾਂਦਾ ਹੈਗਾ ਆ। ਫਿਰ ਇਹਦੇ ਵਿੱਚ ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਆ, ਉਹ ਮਤਲਬ ਹਾਰਟ ਦੀ ਪ੍ਰੋਬਲਮ ਵੀ ਜੇ ਅਗਰ ਹੋਈ ਆ ਤਾਂ ਉਹ ਵੀ ਇਹਦੇ ਵਿੱਚ ਇਨਕਲੂਡਡ ਹੈ, ਕਿ ਮੋਟਾਪੇ ਦੇ ਵਿੱਚ ਹਾਰਟ ਦੀ ਡਿਜ਼ੀਜ਼ ਜਿਹੜੀ ਆ ਉਹ ਜ਼ਿਆਦਾ ਪ੍ਰੈਵਲੈਂਟ ਹੈਗੀ ਆ। ਔਰ ਇਹਦੇ ਵਿੱਚ ਮਤਲਬ ਜੇ ਹਾਰਟ ਦੀ ਪ੍ਰੋਬਲਮ, ਡਾਇਬੈਟਿਸ ਦੇ ਵਿੱਚ ਸਾਇਲੈਂਟ ਹਾਰਟ ਜਿਹੜਾ ਅਟੈਕ ਹੈਗਾ ਆ, ਉਹ ਬਹੁਤ ਕਾਮਨ ਹੈਗਾ ਆ। ਨਾਰਮਲੀ ਤਾਂ ਹਾਰਟ ਜਦੋਂ ਅਟੈਕ ਦੀ ਸ਼ਿਕਾਇਤ ਹੁੰਦੀ ਆ ਤੇ ਸਾਨੂੰ ਛਾਤੀ ਦੇ ਵਿੱਚ ਦਰਦ ਹੁੰਦਾ ਜਾਂ ਹੋਰ ਪ੍ਰੋਬਲਮਸ ਹੁੰਦੀਆਂ, ਤੇ ਫਿਰ ਨੈਚੁਰਲੀ ਅਸੀਂ ਸਮਝਦੇ ਹਾਂ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਹੋਈ ਆ। ਪਰ ਡਾਇਬੈਟਿਸ ਦੇ ਵਿੱਚ ਜਾਂ ਡਾਇਬਟੀਜ਼ ਦੇ ਵਿੱਚ ਜਿਹੜੀ ਸ਼ਿਕਾਇਤ ਹਾਰਟ ਦੀ ਹੁੰਦੀ ਆ, ਉਹਦੇ ਵਿੱਚ ਸਾਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ, ਕਿਉਂਕਿ ਜਿਹੜੇ ਸਾਡੀਆਂ ਨਰਵਸ ਹੈਗੀਆਂ ਆ ਉਹ ਬਿਲਕੁਲ ਖਤਮ ਹੋਈਆਂ ਹੁੰਦੀਆਂ, ਉਹਨਾਂ ਦੇ ਵਿੱਚ ਕੋਈ ਵੀ ਸੈਂਸੇਸ਼ਨਸ ਨਹੀਂ ਹੁੰਦੀ, ਔਰ ਸਾਡਾ ਪੇਨ ਜਿਹੜਾ ਹੈਗਾ ਆ ਉਹ ਸਾਨੂੰ ਬਿਲਕੁਲ ਮਹਿਸੂਸ ਹੀ ਨਹੀਂ ਹੁੰਦਾ। ਤੇ ਇਹ ਜਿਹੜਾ ਹਾਰਟ ਅਟੈਕ ਹੈਗਾ ਆ, ਇਹ ਜ਼ਿਆਦਾ ਘਾਤਕ ਵੀ ਹੁੰਦਾ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਕਿ ਨਹੀਂ, ਔਰ ਉਹਦਾ ਖਿਆਲ ਵੀ ਉਹ ਨਹੀਂ ਕਰਦੇ। 50 ਸਾਲ ਦੀ ਉਮਰ ਦੇ ਵਿੱਚ ਜੇ ਕਿਸੇ ਨੂੰ ਡਾਇਬਟੀਜ਼ ਹੈ ਔਰ ਉਹਦੀ ਜਿਹੜੀ ਹਿਸਟਰੀ ਹੈਗੀ ਆ ਡਾਇਬਟੀਜ਼ ਦੀ, ਉਹਦਾ ਜਿਹੜਾ ਦੂਸਰਿਆਂ ਨਾਲੋਂ ਤਕਰੀਬਨ 6 ਸਾਲ ਪਹਿਲਾਂ ਉਹਨਾਂ ਦੀ ਡੈਥ ਹੋਣ ਦੇ ਚਾਂਸਸ ਹੈਗੇ ਆ, ਜਿਨ੍ਹਾਂ ਨੂੰ ਡਾਇਬਟੀਜ਼ ਨਹੀਂ ਹੈ। ਸੋ ਇਸ ਕਰਕੇ ਜਿਹੜਾ ਸ਼ੂਗਰ ਦਾ ਔਰ ਓਬੈਸਿਟੀ ਦਾ ਖਿਆਲ ਰੱਖਣਾ ਇਹ ਬਹੁਤ ਹੀ ਜ਼ਰੂਰੀ ਹੈ। ਤੇ ਇਹਦੀ ਜਿਹੜੀ ਇਲਾਜ ਹੈਗਾ ਆ, ਕਿਉਂਕਿ ਬਹੁਤੇ ਜਿਹੜੇ ਇਹ ਦੋਨੇ ਹੀ ਚੀਜ਼ਾਂ ਹੈਗੀਆਂ, ਓਬੈਸਿਟੀ ਵੀ ਔਰ ਡਾਇਬਟੀਜ਼ ਵੀ, ਡਾਇਬੈਟਿਸ ਜਿਹਨੂੰ ਕਹਿੰਦੇ ਆ ਅਸੀਂ, ਇਹ ਦੋਨੋਂ ਹੀ ਚੀਜ਼ਾਂ ਦਾ ਕੋਈ ਸਾਡੇ ਬੋਡੀ ਦੇ ਉੱਤੇ ਦਰਦ ਵਾਲਾ ਕਾਰਨ ਨਹੀਂ ਬਣਦਾ, ਸਾਨੂੰ ਕੋਈ ਤਕਲੀਫ ਨਹੀਂ ਦਿੰਦਾ। ਅਸੀਂ ਇੱਕ ਸਾਡੀ ਹਿਊਮਨ ਨੇਚਰ ਹੈਗੀ ਆ ਕਿ ਜਿਹੜੀ ਤਕਲੀਫ ਸਾਨੂੰ ਤਕਲੀਫ ਨਹੀਂ ਹੈ, ਜਿਹੜੀ ਚੀਜ਼ ਸਾਨੂੰ ਤਕਲੀਫ ਨਹੀਂ ਦਿੰਦੀ, ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹੈਗੇ। ਪਰ ਇਹ ਇਗਨੋਰ ਕਰਨਾ ਸਾਡੇ ਲਈ ਬਹੁਤ ਹੀ ਮਤਲਬ ਨੁਕਸਾਨਦੇਹ ਹੋ ਸਕਦਾ ਆ, ਕਿਉਂਕਿ ਇਹਦੇ ਨਾਲ ਬਹੁਤ ਹੀ ਸਾਡੀ ਜਾਨ ਵੀ ਜਾ ਸਕਦੀ ਹੈਗੀ। ਸੋ ਇਸ ਕਰਕੇ ਜੇ ਸਾਨੂੰ ਮੋਟਾਪਾ ਹੈਗਾ, ਨਾਲ ਸਾਨੂੰ ਸ਼ੂਗਰ ਦੀ ਬਿਮਾਰੀ ਵੀ ਹੈਗੀ ਆ, ਤੇ ਇਹਦਾ ਖਿਆਲ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈਗਾ ਹੈ। ਫਿਰ ਇਹਦੇ ਵਿੱਚ ਕੰਪਲੀਕੇਸ਼ਨਾਂ ਕਿੱਦਾਂ ਹੋ ਸਕਦੀਆਂ? ਕੰਪਲੀਕੇਸ਼ਨਾਂ ਜਿੱਦਾਂ ਮੈਂ ਦੱਸਿਆ ਕਿ ਇੱਕ ਤਾਂ ਬਲੱਡ ਪ੍ਰੈਸ਼ਰ ਦੀ ਤਕਲੀਫ ਹੋ ਸਕਦੀ ਹੈਗੀ ਆ, ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈਗਾ। ਬਲੱਡ ਪ੍ਰੈਸ਼ਰ
ਦੇ ਨਾਲ ਹੋ ਜਾਂਦੀ। ਫਿਰ ਜਿੱਦਾਂ ਹਾਰਟ ਦੀ ਪ੍ਰੋਬਲਮ ਹੈ ਉਹ ਵੀ ਮੈਂ ਦੱਸਿਆ ਹੈ। ਫਿਰ ਇਹਦੇ ਵਿੱਚ ਕੋਲੇਸਟ੍ਰੋਲ ਜ਼ਿਆਦਾ ਵੱਧ ਜਾਂਦੀ ਹੈਗੀ ਆ। ਫਿਰ ਇਹਦੇ ਵਿੱਚ ਸਲੀਪ ਡਿਸਆਰਡਰ ਜਿਹੜੇ ਹੈਗੇ ਆ, ਨੀਂਦ ਨਾ ਆਉਣਾ ਜਾਂ ਨੀਂਦ ਦਾ ਮਤਲਬ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੀਂਦ ਲਈ ਆਉਣੀਆਂ, ਜਲਦੀ ਜਾਗ ਖੁੱਲ ਜਾਣੀ ਜਾਂ ਹੋਰ ਇਦਾਂ ਦੀਆਂ ਪ੍ਰੋਬਲਮਸ ਵੀ ਨੀਂਦ ਦੇ ਲਈ ਹੁੰਦੀਆਂ ਹੈਗੀਆਂ। ਤੇ ਇਹ ਜਿਹੜੀ ਓਬੈਸਿਟੀ ਔਰ ਸ਼ੂਗਰ ਹੈਗਾ, ਇਹ ਲੀਡਿੰਗ ਕਾਜ਼ ਆਫ ਡੈਥ ਹੈਗਾ। ਇਹਦੇ ਨਾਲ ਮਤਲਬ ਜਿਹੜੀ ਮੌਤ ਦੀ ਦਰ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਤੇ ਬਾਕੀ ਇਹਦੀ ਟ੍ਰੀਟਮੈਂਟ ਹੈਗੀ ਆ। ਟ੍ਰੀਟਮੈਂਟ ਇਹਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲਾਈਫ ਸਟਾਈਲ ਡਿਜ਼ੀਜ਼ ਹੈਗੀ ਆ। ਲਾਈਫ ਸਟਾਈਲ ਦਾ ਮਤਲਬ ਇਹ ਆ ਕਿ ਇਹ ਸਾਡਾ ਜੋ ਅਸੀਂ ਡੇਲੀ ਸਾਡਾ ਵਰਤਾਵ ਹੈਗਾ, ਜੋ ਸਾਡਾ ਰਹਿਣ ਸਹਿਣ ਹੈਗਾ ਆ, ਉਹਦੇ ਤੇ ਡਿਪੈਂਡ ਕਰਦੀ ਹੈਗੀ ਆ। ਜਿਹੜੀ ਵੀ ਬਿਮਾਰੀ ਸਾਡੇ ਰਹਿਣ ਸਹਿਣ ਔਰ ਸਾਡੇ ਜੀਵਨ ਸ਼ੈਲੀ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ, ਉਹਦਾ ਸਾਡੇ ਮਾਈਂਡ ਸੈਟ ਨਾਲ ਬਹੁਤ ਅਸਰ ਹੈਗਾ। ਮਾਈਂਡ ਸੈਟ ਦਾ ਮਤਲਬ ਹੈਗਾ ਆ ਕਿ ਸਾਡਾ ਦ੍ਰਿਸ਼ਟੀਕੋਣ ਕੀ ਹੈਗਾ ਆ, ਕਿ ਅਸੀਂ ਕੀ ਸੋਚਦੇ ਹੈਗੇ ਆ। ਸਾਡਾ ਦ੍ਰਿਸ਼ਟੀਕੋਣ ਕਿੱਦਾਂ ਬਣਦਾ ਆ? ਸਾਡਾ ਦ੍ਰਿਸ਼ਟੀਕੋਣ ਬਣਦਾ ਹੈਗਾ ਸਾਡੇ ਸੰਸਕਾਰਾਂ ਦੇ ਨਾਲ। ਸਾਡੇ ਜੋ ਬਲੀਫਸ ਹੈਗੇ ਆ, ਜੋ ਸਾਡੇ ਫੇਥਸ ਹੈਗੇ ਆ, ਜੋ ਅਸੀਂ ਬਚਪਨ ਤੋਂ ਹੁਣ ਤੱਕ ਸਾਨੂੰ ਸਿਖਾਇਆ ਗਿਆ ਜਾਂ ਸਿੱਖਿਆ ਆ ਸੀ, ਉਹ ਸਾਡੇ ਬਲੀਫਸ ਹੈਗੇ ਆ। ਅਸੀਂ ਉਹਨਾਂ ਦੇ ਉੱਤੇ ਕੰਮ ਕਰਦੇ ਆ, ਉਹਨਾਂ ਦੇ ਉੱਤੇ ਵਰਤਾਵ ਕਰਦੇ ਆ ਔਰ ਉਹਨਾਂ ਦੇ ਉੱਤੇ ਕੰਮ ਕਰਦੇ ਹੈਗੇ। ਸੋ ਇਸ ਕਰਕੇ ਪਹਿਲਾਂ ਤਾਂ ਇਹ ਆ ਕਿ ਸਾਡਾ ਜਿਹੜਾ ਮਾਈਂਡ ਸੈਟ ਹੈਗਾ ਆ, ਉਹ ਇਹਦੇ ਵੱਲ ਸਾਨੂੰ ਚੇਂਜ ਕਰਨਾ ਪੈਣਾ ਹੈ। ਕਿਉਂਕਿ ਜੇ ਅਸੀਂ ਆਪਣਾ ਮਾਈਂਡ ਸੈਟ ਚੇਂਜ ਨਹੀਂ ਕੀਤਾ ਤੇ ਅਸੀਂ ਭਾਵੇਂ ਲੱਖ ਦਵਾਈਆਂ ਖਾ ਲਈਏ ਔਰ ਲੱਖ ਕੰਸਲਟੇਸ਼ਨਾਂ ਲੈ ਲਈਏ ਔਰ ਲੱਖ ਅਸੀਂ ਇਹਦੇ ਲਈ ਟ੍ਰੀਟਮੈਂਟਾਂ ਕਰ ਲਈਏ, ਉਹਦਾ ਫਰਕ ਨਹੀਂ ਪੈਣਾ। ਸਭ ਤੋਂ ਵੱਡੀ ਚੀਜ਼ ਜਿਹੜੀ ਇਹਨਾਂ ਲਾਈਫ ਸਟਾਈਲ ਡਿਜ਼ੀਜ਼ ਦੀਆਂ ਬਿਮਾਰੀਆਂ ਦੀ ਹੈ, ਉਹ ਹੈ ਸਾਡਾ ਮਾਈਂਡ ਸੈਟ। ਅਸੀਂ ਆਪਣਾ ਮਾਈਂਡ ਸੈਟ ਜਿੰਨਾ ਚਿਰ ਸੈੱਟ ਨਹੀਂ ਕਰਦੇ, ਉਹਨਾਂ ਚਿਰ ਅਸੀਂ ਠੀਕ ਨਹੀਂ ਹੋ ਸਕਦੇ। ਸੋ ਮਾਈਂਡ ਸੈਟ ਠੀਕ ਕਰਨ ਲਈ ਸਾਨੂੰ ਸਾਡੀ ਖੁਰਾਕ, ਸਾਡਾ ਰਹਿਣ ਸਹਿਣ, ਸਾਡੀ ਕਸਰਤ, ਇਹਨਾਂ ਸਾਰੀਆਂ ਗੱਲਾਂ ਵੱਲ ਸਾਡਾ ਧਿਆਨ ਜਾਣਾ ਚਾਹੀਦਾ ਆ। ਤਦੇ ਹੀ ਅਸੀਂ ਇਹਦੇ ਵੱਲ ਮਤਲਬ ਇਹਨੂੰ ਟ੍ਰੀਟ ਕਰ ਸਕਦੇ ਹੈਗੇ। ਫਿਰ ਸਾਡਾ ਡਾਈਟ ਹੈਗਾ ਆ। ਡਾਈਟ ਜਿਹੜਾ ਹੈ ਅੱਗੇ ਵੈਬੀਨਾਰ ਦੇ ਵਿੱਚ ਦੱਸਿਆ ਹੈ ਕਿ ਸਾਡਾ ਜਿਹੜਾ ਡਾਈਟ ਹੈਗਾ ਆ, ਉਹ ਬਹੁਤ ਹੀ ਸਾਫ਼ ਸੁਥਰਾ, ਪਲਾਂਟ ਬੇਸਡ, ਆਰਗੈਨਿਕ ਔਰ नॉन प्रोसेस्ड, नॉन पैकेज्ड और नॉन और कैमिकल फ्री, ये सारा डाइट जिहड़ा हैगा आ इस तरह का होवे तां फिर असीं इन्हां बीमारियां तो डायबिटीज और ओबेसिटी तो अपना बचाव कर सकते हैगे। फिर एक होर बड़ा वधिया तरीका हैगा आ फास्टिंग का। फास्टिंग बारे मैं दसना चाहना आ कि फास्टिंग जिहड़ी है वो बहुत ही ਸਾਡੇ ਗ੍ਰੰਥਾਂ ਦੇ ਵਿੱਚ ਸਾਡੇ ਰਿਸ਼ੀਆਂ ਮੁਨੀਆਂ ਨੇ ਫਾਸਟਿੰਗ ਦਾ ਚੱਲਣ ਜਿਹੜਾ ਸੀ ਬਹੁਤ ਪਹਿਲਾਂ ਚੱਲਦਾ ਸੀ, ਪਰ ਅੱਜ ਕੱਲ ਉਹਦੇ ਵੱਲ ਕੋਈ ਖਿਆਲ ਨਹੀਂ ਕਰਦਾ। ਫਾਸਟਿੰਗ ਬਹੁਤ ਹੀ ਵਧੀਆ ਚੀਜ਼ ਹੈਗੀ ਆ ਔਰ ਉਹਦੇ ਵਿੱਚ ਕੀ ਹੈ ਕਿ ਇਹ ਫਾਸਟਿੰਗ ਦੇ ਨਾਲ ਸਾਡੀ ਬੋਡੀ ਦਾ ਸਿਸਟਮ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੇ ਨਾਲ ਰਿਵੈਂਪ ਹੋ ਜਾਂਦਾ, ਇੱਕ ਤਰ੍ਹਾਂ ਰੀਜਨਰੇਟ ਹੋ ਜਾਂਦਾ ਹੈਗਾ ਆ। ਉਹਦੇ ਨਾਲ ਕੀ ਹੈ ਕਿ ਜਦੋਂ ਅਸੀਂ ਫਾਸਟ ਕਰਦੇ ਵਰਤ ਫਾਸਟਿੰਗ ਦਾ ਮਤਲਬ ਹੈ ਵਰਤ ਰੱਖਣਾ। ਜਦੋਂ ਅਸੀਂ ਵਰਤ ਰੱਖਦੇ ਹਾਂ ਤਾਂ ਸਾਡੀ ਜਿਹੜੀ ਪਾਚਨ ਕਿਰਿਆ ਹੈਗੀ ਆ ਉਹ ਕੁਝ ਸਮੇਂ ਲਈ ਰੁਕ ਜਾਂਦੀ ਆ ਤੇ ਸਾਡਾ ਸਾਰਾ ਸਰੀਰ ਜਿਹੜਾ ਹੈ ਉਹ ਸਾਡੀ ਰਿਪੇਅਰ ਮੋਡ ਦੇ ਵਿੱਚ ਆ ਜਾਂਦਾ ਹੈਗਾ ਤੇ ਸਾਡੀ ਬੋਡੀ ਦੇ ਵਿੱਚ ਜਿੰਨੀਆਂ ਵੀ ਰਿਪੇਅਰਸ ਹੈਗੀਆਂ ਆ ਉਹ ਉਸ ਸਿਸਟਮ ਦੇ ਵਿੱਚ ਆ ਕੇ ਬੋਡੀ ਨੂੰ ਰਿਪੇਅਰ ਕਰ ਦਿੰਦੀਆਂ ਹਨ ਔਰ ਜਿੰਨੇ ਵੀ ਸਾਡੇ ਸੈਲਸ ਹੈਗੇ ਆ ਜਾਂ ਜਿਹੜੇ ਡੈਮੇਜਡ ਸੈਲਸ ਹੈਗੇ ਆ ਜਾਂ ਡੈਮੇਜ ਟਿਸ਼ੂ ਹੈਗਾ ਆ ਉਹਦੀ ਰਿਪਲੇਸਮੈਂਟ ਹੋ ਜਾਂਦੀ ਹੈਗੀ। ਔਰ ਇਹਦੇ ਵਿੱਚ ਜਿੰਨੇ ਵੀ ਮਤਲਬ ਸਿਸਟਮ ਹੈਗੇ ਆ ਉਹ ਐਂਟੀ ਇਨਫਲੇਮੇਟਰੀ, ਮਤਲਬ ਜੇ ਸਾਡੇ ਬੋਡੀ ਦੇ ਵਿੱਚ ਸੋਜਿਸ਼ ਦੀ ਕੋਈ ਗੁੰਜਾਇਸ਼ ਹੈਗੀ ਆ ਤਾਂ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈਗੀ ਆ। ਕੋਲੇਸਟ੍ਰੋਲ ਜਿਹੜੀ ਆ ਉਹ ਇਹਦੇ ਨਾਲ ਘਟ ਜਾਂਦੀ ਹੈਗੀ ਆ। ਸੋ ਬਹੁਤ ਹੀ ਫਾਇਦੇ ਹੈ ਜੇ ਇਹ ਫਾਸਟਿੰਗ ਦੇ। ਪਰ ਇਹ ਰੱਖਣਾ ਕਿਸ ਤਰ੍ਹਾਂ ਹੈ? ਇਹ ਤਕਰੀਬਨ 3 ਤਰ੍ਹਾਂ ਦਾ ਫਾਸਟ ਹੈਗਾ ਆ। ਇੱਕ ਤਾਂ ਇਹ ਫਾਸਟ ਹੈ ਕਿ ਤੁਸੀਂ ਇੱਕ ਦਿਨ ਛੱਡ ਕੇ ਫਾਸਟ ਕਰ ਸਕਦੇ ਹੋ। ਇੱਕ ਦਿਨ ਦੇ ਵਿੱਚ ਤੁਸੀਂ ਆਪਣਾ ਨਾਰਮਲ ਡਾਈਟ ਲੈਣੇ ਆ ਤੇ ਦੂਸਰੇ ਦਿਨ ਦੇ ਵਿੱਚ ਤੁਸੀਂ ਸਿਰਫ ਬਹੁਤ ਘੱਟ ਤੋਂ ਘੱਟ ਤਕਰੀਬਨ 500 ਕੈਲੋਰੀ ਦੇ ਵਿੱਚ ਹੀ ਤੁਸੀਂ ਆਪਣਾ ਖੁਰਾਕ ਲੈਣੀ ਆ, ਉਸ ਤੋਂ ਵੱਧ ਨਹੀਂ ਲੈਣੀ ਔਰ ਉਹਨੂੰ ਫਾਸਟ ਕਰ ਦੇਣਾ ਹੈ। ਤੇ ਦੂਜੀ ਕਿਸਮ ਦਾ ਫਾਸਟ ਹੈ
कि तुसी हफ्ते दे विच 2 दिन कंप्लीट फास्ट रखना है और 5 दिन तुसी अपना नॉर्मल डाइट रखना हैगा और उस 2 दिन दे विच तुसी 500 कैलोरीज जिहड़ियां डेली लैणियां है और बाकी दे दिन तुसी नॉर्मल खुराक लेनी है। तीसरी किस्म का फास्ट है इंटरमिटेंट फास्टिंग। इंटरमिटेंट फास्टिंग का मतलब है टाइम रिस्ट्रिक्टेड ईटिंग। टाइम रिस्ट्रिक्टेड ईटिंग का मतलब ये है कि तुसी 24 घंटे दे विच तकरीबन कुछ टाइम तुसी रख लेना अपना ईटिंग टाइम और कुछ टाइम फिर थोड़ा फास्टिंग टाइम हो जाएगा। ईटिंग टाइम दे विच की है कि तकरीबन तुसी देखो 10 बजे सवेरे तुसी अपना नाश्ता कीता है ते तकरीबन 6 बजे तक 8 घंटे तक तुसी अपना ईटिंग टाइम रख लेना है और शाम के 6 बजे तो दूसरे दिन 10 बजे तक तकरीबन 16 घंटे थोड़ा फास्ट हो जाता है और इस दे दौरान तुसी सिर्फ पानी लेना है ਜਾਂ तुसी ग्रीन टी ले सकते हो, वो भी दूध और मिठे तो बिना। सो इस करके 8 घंटे खाना और 16 घंटे का थोड़ा फास्ट हो गया और उस 16 घंटे दे विच थोड़ी जिहड़ी बाहरों तुसी कोई कैलोरीज देनियां नहीं है और थोड़ी बॉडी दी जिहड़ी कैलोरीज हैगी अंदर फैट हैगी आ वो यूज होके थानू एनर्जी देनी हैगी आ और ये बहुत ही फायदे आ और ये अगर तुसी करदे आ ते थोड़ी डायबिटीज जिहड़ी हैगी आ वो डील हो जाती हैगी आ। और बाकी थोड़ा जिहड़ा एक्सरसाइज है वो तुसी रेगुलर एक्सरसाइज जिस तरह मैं दस्सिया कि 4 तरह की एक्सरसाइज हैगी आ वो अगर तुसी आधा घंटा भी कर रहे लेने हो ਉਹਦੇ ਵਿੱਚ ਤੁਹਾਡੀਆਂ ਸਟ੍ਰੈਚਿੰਗ ਐਕਸਰਸਾਈਜ਼ਸ ਹੈਗੀਆਂ ਆ ਫਿਰ ਤੁਹਾਡੇ ਸਟਰੈਂਥਨਿੰਗ ਐਕਸਰਸਾਈਜ਼ਸ ਹੈਗੀਆਂ ਫਿਰ ਐਰੋਬਿਕ ਐਕਸਰਸਾਈਜ਼ਸ ਹੈਗੀਆਂ ਫਿਰ ਬੈਲੈਂਸਿੰਗ ਐਕਸਰਸਾਈਜ਼ਸ ਹੈਗੀਆਂ ਇਹ ਅਗਰ ਤੁਸੀਂ ਕਰ ਲੈਨੇ ਹੋ ਤੇ ਉਹਦੇ ਨਾਲ ਵੀ ਤੁਹਾਡੀ ਬੋਡੀ ਜਿਹੜੀ ਆ ਮੂਵਿੰਗ ਹੋ ਜਾਂਦੀ ਆ ਔਰ ਜਿੱਤੇ ਤੁਹਾਡੇ ਜੁਆਇੰਟਸ ਹੈਗੇ ਆ ਉਹ ਤੁਹਾਡੇ ਫਲੈਕਸੀਬਲ ਹੋ ਜਾਂਦੇ ਆ ਔਰ ਤੁਹਾਡੀ ਜਿਹੜੀ ਬੋਡੀ ਹੈਗੀ ਆ ਉਹ ਇੱਕ ਤਰ੍ਹਾਂ ਦੀ ਪਰਫੈਕਟ ਹੈਲਦੀ ਬੋਡੀ कहलाउण दे हक विच हो जाती हैगी। सो ये कुछ एक गल्लां सीगियां जिहड़ियां कि मैं डायबिटीज बारे डिस्कस करनियां तुहाडे नाल चाहंदा सी। अगर तुहाडे कोल कोई क्वेश्चन है ते मैं कोशिश करांगा कि उहदा जवाब दे। थैंक यू वेरी मच जी। थैंक यू डॉक्टर साहब। अगर किसी का क्वेश्चन हैगा तो प्लीज अपनी स्क्रीन ते हैंड रेज कर दो ਤਾਂ ਫਿਰ ਟਰਨ ਵਾਈਜ਼ ਟਰਨ ਆਪਾਂ ਕੁਐਸਚਨ ਲੈ ਕੇ ਸਾਡੇ ਤੇ ਡਾਕਟਰ ਸਾਹਿਬ ਉਹਨੂੰ ਆਨਸਰ ਕਰੂਗੇ। ਤਦ ਤੱਕ ਲਈ ਡਾਕਟਰ ਸਾਹਿਬ ਇੱਕ ਕੁਐਸਚਨ ਮੈਂ ਜ਼ਰੂਰ ਪੁੱਟ ਕਰਨਾ ਚਾਹੂੰਗੀ। ਇੱਕ ਕਾਮਨ ਕੁਐਸਚਨ ਹੈ ਸਾਰਿਆਂ ਵਾਸਤੇ ਕਿ ਜਿਵੇਂ ਕਿ ਕੋਈ ਵੀ ਆਪਾਂ ਡਾਈਟ ਲੈ ਰਹੇ ਆ ਜਾਂ ਆਪਾਂ ਆਪਣਾ ਲਾਈਫ ਸਟਾਈਲ ਜਿਹੜਾ ਸਾਡਾ ਬੈਡ ਲਾਈਫ ਸਟਾਈਲ ਆ ਉਹ ਤੋਂ ਗੁੱਡ ਲਾਈਫ ਸਟਾਈਲ ਦੇ ਵਿੱਚ ਜਦੋਂ ਐਂਟਰ ਕਰਦੇ ਆ ਤੇ ਉਹਦੇ ਵਿੱਚ ਜਿਹੜੇ ਪੇਸ਼ੈਂਟਸ ਹੈ ਜਾਂ ਇੱਕ ਕਾਮਨ ਮੈਨ ਆ ਜਿਹੜਾ ਉਹਦਾ ਵੀ ਆਪਣੀ ਗੁੱਡ ਲਾਈਫ ਸਟਾਈਲ ਕਰਨਾ ਚਾਹੁੰਦਾ ਆ ਉਹਨਾਂ ਨੂੰ ਅਗਰ ਤਾਂ ਕਿਸੇ ਨੂੰ ਡਿਸੀਜ਼ ਹੈਗੀ ਆ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਜਿਹੜੀ ਸਾਡਾ ਨੈਚੁਰੋਪੈਥੀ ਦਾ ਕੰਸੈਪਟ ਆ ਕਿ ਇਹ ਦਿਨਾਂ ਵਿੱਚ ਹੀ ਬਹੁਤ ਮਤਲਬ ਅੱਜ ਆਪਾਂ ਸਟਾਰਟ ਕੀਤਾ ਤੇ ਜਲਦੀ ਤੋਂ ਜਲਦੀ ਮਤਲਬ ਇਹ ਅਸੀਂ ਕਿਉਰ ਕਰ ਲਈਏ। ਇਹ ਬਹੁਤ ਵੱਡਾ ਜਿਹੜਾ ਇੱਕ ਵਹਿਮ ਹੈਗਾ ਸਾਰਿਆਂ ਨੂੰ ਕਿ ਬਹੁਤ ਜਲਦੀ ਸਾਨੂੰ ਇਹ ਚੀਜ਼ਾਂ ਜਿਹੜੀਆਂ ਕਵਰ ਅਪ ਹੋ ਜਾਣ ਕਿ ਅੱਜ ਸਟਾਰਟ ਕੀਤਾ ਬਸ 2 ਤੋਂ 3 ਦਿਨ ਦੇ ਵਿੱਚ ਸਾਨੂੰ ਪ੍ਰੋਪਰ ਫਰਕ ਪੈਣਾ ਚਾਹੀਦਾ ਅਦਰਵਾਈਜ਼ ਉਹ ਇਸ ਚੀਜ਼ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਬਾਰੇ ਤੁਸੀਂ ਪਲੀਜ਼ ਥੋੜਾ ਸਮਝਾਓ। ਹਾਂ ਇਹਦੇ ਬਾਰੇ ਇਹ ਹੈ ਕਿ ਕੋਈ ਵੀ ਸਿਸਟਮ ਹੈ ਉਹਨੂੰ ਚਾਲੂ ਕਰਨ ਲਈ ਔਰ ਉਹਨੂੰ ਅਸੀਂ ਮੇਨਟੇਨ ਕਰਨ ਦੇ ਲਈ ਥੋੜਾ ਟਾਈਮ ਲੱਗਦਾ ਹੈਗਾ। ਕੋਈ ਵੀ ਚੀਜ਼ ਅਸੀਂ ਖਾਂਦੇ ਆ ਉਹ ਪਹਿਲਾਂ ਸਾਡੇ ਹਜ਼ਮ ਹੁੰਦੀ ਆ ਫਿਰ ਸਾਡਾ ਸਿਸਟਮ ਉਹਨੂੰ ਐਕਸੈਪਟ ਕਰਦਾ ਹੈਗਾ ਔਰ ਉਸ ਸਿਸਟਮ ਨੂੰ ਐਕਸੈਪਟ ਕਰਨ ਦੇ ਲਈ ਵੀ ਟਾਈਮ ਲੱਗਦਾ ਹੈ ਤੇ ਉਹ ਐਕਲੀਮੇਟਾਈਜ਼ ਹੁੰਦਾ ਆ ਉਸ ਸਿਸਟਮ ਦੇ ਵੱਲ ਤੇ ਓਨਲੀ ਦੈਨ ਉਹਦਾ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ ਆ। ਤੇ ਜਿਹੜਾ ਨੈਚੁਰਲ ਹੈਗਾ ਆ ਇਹ ਬਾਕੀ ਸਿਸਟਮਾਂ ਨਾਲੋਂ ਬਹੁਤ ਵਧੀਆ ਸਿਸਟਮ ਹੈਗਾ ਆ ਔਰ ਇਹਦੇ ਨਾਲ ਕੀ ਆ ਕਿ ਇਹ ਬਾਕੀਆਂ ਦਵਾਈਆਂ ਨਾਲੋਂ ਮੈਂ ਹੋਰ ਸਿਸਟਮ ਦੀ ਗੱਲ ਨਹੀਂ ਕਰਦਾ ਦਵਾਈਆਂ ਨਾਲੋਂ ਇਹਦਾ ਅਸਰ ਜਿਹੜਾ ਹੈਗਾ ਆ ਉਹ ਜਲਦੀ ਹੁੰਦਾ ਆ ਔਰ ਬਹੁਤ ਛੇਤੀ ਹੀ ਇਹਦਾ ਫਰਕ ਪੈਣਾ ਵਿਦਿਨ 2-3-4 ਡੇਜ਼ ਦੇ ਵਿੱਚ ਜਿਹੜੇ ਇਹਦੇ ਮਤਲਬ ਬੈਟਰ ਇਫੈਕਟਸ ਹੈਗੇ ਆ ਉਹ ਦਿਸਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਜਿਹੜਾ ਸਾਡਾ ਸਿਸਟਮ ਹੈਗਾ ਆ ਉਹ ਪਰ ਇਹਦੇ ਵਿੱਚ ਗੱਲ ਇਹ ਆ ਕਿ ਆਲਰੇਡੀ ਅਗਰ ਤੁਹਾਡੇ ਟੌਕਸਿਨਸ ਇੰਨੇ ਕੁ ਜ਼ਿਆਦਾ ਹੈਗੇ ਆ ਜੇ ਆਲਰੇਡੀ ਤੁਹਾਡੀ ਬੇਸ਼ੱਕ ਤੁਸੀਂ ਨੋਰਮਲ ਹੈ ਤੁਹਾਨੂੰ ਬਿਮਾਰੀ ਤੁਹਾਨੂੰ ਓਬਵੀਅਸ ਕੋਈ ਨਹੀਂ ਹੈ ਪਰ ਤੁਹਾਡੀ ਬੋਡੀ ਦੇ ਵਿੱਚ ਟੌਕਸਿਨਸ ਇੰਨੇ ਹੈਗੇ ਆ ਕਿ ਪਹਿਲਾਂ ਉਹ ਰਿਲੀਜ਼ ਹੋਣੇ ਆ
ਜਿਸ ਤਰ੍ਹਾਂ ਕਿ ਤੁਹਾਨੂੰ ਕਬਜ਼ ਹੈਗੀ ਆ, ਕਬਜ਼ ਦੇ ਨਾਲ ਤੁਹਾਡੇ ਬਾਡੀ ਦੇ ਵਿੱਚ ਜਿੰਨੇ ਵੀ ਟੌਕਸਿਨਸ ਹੈਗੇ ਆ ਉਹ ਕਿਮੂਲੇਟ ਹੋ ਹੀ ਜਾਂਦੇ ਆ, ਉਹ ਜਿੰਨਾ ਚਿਰ ਨਿਕਲਦੇ ਨਹੀਂ ਹੈ, ਜਿਹੜੇ ਆਲਰੇਡੀ ਟੌਕਸਿਨਸ ਹੈਗੇ ਆ ਉਹ ਨਿਕਲਦੇ ਨਹੀਂ ਹੈ, ਉਹਨਾਂ ਚਿਰ ਤੁਹਾਨੂੰ ਜਿਹੜਾ ਨਵੀਂ ਚੀਜ਼ ਜਿਹੜੀ ਨਵੇਂ ਨਿਊਟ੍ਰੀਐਂਟਸ ਹੈਗੇ ਆ ਜਾਂ ਨਵਾਂ ਡਾਇਟ ਹੈਗਾ ਉਹਦਾ ਅਸਰ ਤੁਹਾਨੂੰ ਦਿਖਾਈ ਨਹੀਂ ਦੇਣਾ। ਸੋ ਇਸ ਕਰਕੇ ਸਾਡਾ ਦਿਮਾਗ ਦੇ ਵਿੱਚ ਵੀ ਜੇ ਕਲਟਰ ਹੈਗਾ ਆ ਤੇ ਸਾਡੀ ਬਾਡੀ ਦੇ ਵਿੱਚ ਜਿਹੜਾ ਕਲਟਰ ਹੈਗਾ ਆ, ਜਿੰਨਾ ਚਿਰ ਅਸੀਂ ਉਹਨੂੰ ਪਹਿਲਾਂ ਸਾਫ਼ ਨਹੀਂ ਕਰਦੇ, ਸਾਡਾ ਸਰੀਰ ਜਿਹੜਾ ਆ ਇੱਕ ਤਰ੍ਹਾਂ ਦਾ ਬਿਲਕੁਲ ਕੋਰੀ ਸਲੇਟ ਨਹੀਂ ਬਣ ਜਾਂਦਾ, ਉਹਦੇ ਉੱਤੇ ਅਸੀਂ ਕੁਝ ਉੱਕਰ ਨਹੀਂ ਸਕਦੇ। ਪਹਿਲਾਂ ਸਾਨੂੰ ਆਪਣੀ ਸਲੇਟ ਜਿਹੜੀ ਹੈਗੀ ਆ ਉਹ ਬਿਲਕੁਲ ਸਾਫ਼ ਰੱਖਣੀ ਪਏਗੀ। ਜੇ ਅਗਰ ਸਾਡੀ ਸਲੇਟ ਸਾਫ਼ ਹੈਗੀ ਆ ਤੇ ਅਸੀਂ ਉਹਦੇ ਉੱਤੇ ਕੁਝ ਵੀ ਲਿਖ ਸਕਦੇ ਹਾਂ ਔਰ ਉਹ ਪੜ੍ਹ ਸਕਦੇ ਹਾਂ। ਤੇ ਜੇ ਸਾਡੇ ਆਲਰੇਡੀ ਸਲੇਟ ਜਿਹੜੀ ਹੈਗੀ ਆ ਉਹ ਗੰਦੀ ਹੈਗੀ ਆ ਔਰ ਉਹਦੇ ਉੱਤੇ ਕੁਝ ਵੀ ਤੁਸੀਂ ਲਿਖੋਗੇ ਤੁਹਾਨੂੰ ਸਮਝ ਨਹੀਂ ਆਏਗੀ। ਸੋ ਇਸ ਕਰਕੇ ਸਾਡੇ ਦਿਮਾਗ ਦੇ ਵਿੱਚ ਜਿਹੜਾ ਸਾਡਾ ਮਾਈਂਡ ਸੈਟ ਆ ਉਹਨੂੰ ਪਹਿਲਾਂ ਸੈੱਟ ਕਰਨਾ ਆ ਅਸੀਂ। ਅਗਰ ਮਾਈਂਡ ਸੈਟ ਦੇ ਵਿੱਚ ਕਲਟਰ ਜਿਹੜਾ ਹੈਗਾ ਆ ਉਹ ਨਿਕਲ ਗਿਆ ਤੇ ਫਿਰ ਜਿਹੜੀ ਨਵੀਂ ਚੀਜ਼ ਹੈਗੀ ਆ ਉਹ ਉਹਦੇ ਵਿੱਚ ਆਪਣਾ ਥਾਂ ਬਣਾ ਲਏਗੀ। ਤੇ ਇਸੇ ਤਰ੍ਹਾਂ ਸਾਡੀ ਬਾਡੀ ਹੈਗੀ ਆ, ਜੇ ਬਾਡੀ ਦੇ ਵਿੱਚ ਟੌਕਸਿਨਸ ਨਹੀਂ ਹੈ ਤੇ ਬਾਡੀ ਸਾਡੀ ਸਾਫ਼ ਹੈ ਤੇ ਜਿਹੜਾ ਉਹਦਾ ਅਸਰ ਹੈਗਾ ਨਵੇਂ ਡਾਇਟ ਦਾ, ਨਵਾਂ ਨੈਚੁਰਲਪੈਥੀ ਦਾ, ਉਹ ਇੱਕਦਮ ਹੋ ਜਾਏਗਾ। ਅਗਰ ਸਾਡੇ ਬਾਡੀ ਦੇ ਵਿੱਚ ਟੌਕਸਿਨਸ ਆਲਰੇਡੀ ਹੈਗੇ ਆ ਤੇ ਉਹਦਾ ਅਸਰ ਜਿਹੜਾ ਆ ਉਹ ਜਿੰਨਾ ਚਿਰ ਉਹ ਟੌਕਸਿਨਸ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਉਹ ਅਸਰ ਨਹੀਂ ਹੁੰਦਾ। ਥੈਂਕ ਯੂ ਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਸੀਗਾ ਡਾਇਬਟੀਜ਼ ਤੇ ਓਬੇਸਿਟੀ ਦਾ, ਤੇ ਹੋਪ ਸਾਰਿਆਂ ਨੂੰ ਬਹੁਤ ਜ਼ਿਆਦਾ ਇਹ ਤੋਂ ਇਨਫੋਰਮੇਸ਼ਨ ਮਿਲੀ ਆ। ਤੇ ਇਹਨੂੰ ਕਿਉਰ ਕਰਨ ਵਾਸਤੇ, ਕਿਉਂਕਿ ਓਬੇਸਿਟੀ ਦੀ ਪ੍ਰੋਬਲਮ ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਕਾਮਨ ਪ੍ਰੋਬਲਮ ਹੈ, ਬੱਚਿਆਂ ਤੋਂ ਹੀ ਸਟਾਰਟ ਹੋ ਜਾਂਦੀ ਆ। ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਬਹੁਤ ਹੀ ਜ਼ਿਆਦਾ ਮਤਲਬ ਸਿੰਪਲ ਵੇ ਨਾਲ ਸਮਝਾਈਆਂ ਹੈਗੀਆਂ ਤੇ ਸਾਰਿਆਂ ਨੂੰ ਹੋਪ ਸੋ ਹਰ ਚੀਜ਼ ਦੀ ਚੰਗੀ ਸਮਝ ਵੀ ਲੱਗ ਗਈ ਹੈ। ਤੇ ਆਪਾਂ ਆਪਣਾ ਸੈਸ਼ਨ ਇੱਥੇ ਸਟਾਪ ਕਰਦੇ ਹਾਂ। ਤੇ ਮੇਰੇ ਹਿਸਾਬ ਨਾਲ ਕਿਸੇ ਦਾ ਕੁਐਸਚਨ ਹੈ ਨਹੀਂ, ਮੈਂ ਪੁੱਛਿਆ ਸੀਗਾ। ਤੇ ਕਿਉਂਕਿ ਤਕਰੀਬਨ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਤੁਸੀਂ ਸਿੰਪਲਰ ਵੇ ਦੇ ਵਿੱਚ ਸਮਝਾਈ ਦਿੱਤੀਆਂ ਹੈਗੀਆਂ ਤੇ ਕੋਈ ਕੁਐਸਚਨ ਹੋਰ ਰਹਿ ਨਹੀਂ ਗਿਆ। ਇੱਕ ਕੁਐਸਚਨ ਹੈਗਾ ਆ ਕਰਨਵੀਰ ਸਿੰਘ ਜੀ ਦਾ, ਆਪਾਂ ਲੈ ਲੈਂਦੇ ਹਾਂ। ਹਾਂਜੀ, ਆਪਣੀ ਸਕਰੀਨ ਨੂੰ ਅਨਮਿਊਟ ਕਰਕੇ ਕੁਐਸਚਨ ਪੁੱਛ ਸਕਦੇ ਹਾਂ। डॉक्टर साहब, हाँ जी डॉक्टर साहब आप मोटापे हल्का फुल्का की खा सकते हैं? ਹਲਕਾ ਫੁਲਕਾ ਤੁਸੀਂ ਇੱਕ ਤਾਂ ਖੁਰਾਕ ਆਪਣੀ ਜਿਹੜੀ ਹੈ ਉਹ ਨੈਚੁਰਲ ਕਰ ਦਿਓ। ਨੈਚੁਰਲ ਖੁਰਾਕ ਦਾ ਮਤਲਬ ਹੈਗਾ ਪਲਾਂਟ ਬੇਸਡ, ਹੋਲ ਪਲਾਂਟ ਬੇਸਡ ਡਾਈਟ ਕਰੋ। ਉਹਦੇ ਵਿੱਚ ਫੈਟਸ ਜਿਹੜੀਆਂ ਆ ਉਹ ਹੈਲਦੀ ਫੈਟਸ ਸ਼ੁਰੂ ਕਰੋ। ਜਿੰਨੇ ਵੀ ਰਿਫਾਈਨਡ ਆਇਲਸ ਹੈਗੇ ਆ ਉਹ ਬਿਲਕੁਲ ਬੰਦ ਕਰ ਦਿਓ। ਤੇ ਜਿੰਨੇ ਗ੍ਰੇਨਸ ਹੈਗੇ ਆ, ਗ੍ਰੇਨਸ ਦਾ ਮਤਲਬ ਇਹ ਹੈ ਕਣਕ ਹੈ, ਰਾਈਸ ਹੈ, ਮੱਕੀ ਹੈ, ਚਾਵਲ ਹੈ, ਇਹਨਾਂ ਦਾ ਜਿਹੜਾ ਯੂਜ਼ ਹੈਗਾ ਜਾਂ ਤਾਂ ਬੰਦ ਕਰ ਦਿਓ ਜਾਂ ਬਹੁਤ ਘਟਾ ਦਿਓ। ਮਿਲਟਸ ਤੁਸੀਂ ਲੈ ਸਕਦੇ ਆ। ਮਿਲਟਸ ਜਿਹੜਾ ਗ੍ਰੇਨ ਹੈਗਾ ਆ ਉਹ ਰਿਲੇਟਿਵਲੀ ਸਾਰੇ ਬਾਕੀ ਗ੍ਰੇਨਸ ਨਾਲੋਂ ਅੱਛਾ ਹੈਗਾ ਔਰ ਉਹਦੇ ਫਾਇਦੇ ਬਹੁਤ। थैंक यू डॉक्टर साहब। ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਆਪਾਂ ਜ਼ਰੂਰ ਨੈਕਸਟ ਟੌਪਿਕ ਲਈ ਫਿਰ ਜੁੜਾਂਗੇ ਨੈਕਸਟ ਵੀਕ, ਤੇ ਵੱਧ ਤੋਂ ਵੱਧ ਵਧੀਆ ਟੌਪਿਕਸ ਲੈ ਕੇ ਜਿਹਦੇ ਨਾਲ ਸਾਰਿਆਂ ਦੀ ਜਾਣਕਾਰੀ ਵੱਧ ਸਕੇ ਤੇ ਡਿਸੀਜ਼ ਤੋਂ ਮੁਕਤ ਹੋ ਸਕਣ, ਦਵਾਈਆਂ ਤੋਂ ਮੁਕਤ ਹੋ ਸਕਣ ਤੇ ਆਪਣੇ ਜਿਹੜੇ ਲਾਈਫ ਸਟਾਈਲ ਨੂੰ ਆ ਗੁੱਡ ਕਰ ਸਕਣ। ਤੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਔਰ ਥੈਂਕ ਯੂ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ। ਥੈਂਕ ਯੂ।